ਇੱਕ ਸ਼ਬਦ ਕਬੀਰ ਜੀ ਦਾ ਭੇਜਿਆ ਹੈ। ਇਹ ਖਿਆਲ ਵਿੱਚ ਰੱਖਿਆ ਗਿਆ ਨਾ, ਇਸ ਸ਼ਬਦ ਦਾ ਭਾਵ ਤੇ ਅਧਿਆਤਮ ਯਾਤਰਾ ਜਿਹੜੀ ਹੈ ਬਹੁਤ ਹੀ ਸੁਖਾਲੀ ਹੋਵੇਗੀ। ਇਸ ਕਾਰਨ ਖਿਆਲ ਵਿੱਚ ਆਇਆ ਵੀ ਇਹਦਾ ਭਾਵ ਜਿਹੜਾ ਹੈ ਸਾਰਿਆਂ ਨਾਲ ਸਾਂਝਾ ਕੀਤਾ ਜਾਵੇ, ਤਾਂ ਕਿ ਤੁਹਾਨੂੰ ਵੀ ਖਿਆਲ ਵਿੱਚ ਰਹਿ ਸਕੇ ਵੀ ਕਬੀਰ ਜੀ ਦਾ ਯੁੱਗ ਕਿਵੇਂ ਬਣਿਆ, ਕਿਵੇਂ ਉਹ ਪਰਮਾਤਮਾ ਨਾਲ ਜੁੜੇ। ਤੇ ਕਬੀਰ ਜੀ ਜੁੜ ਸਕਦੇ ਤੇ ਤੁਸੀਂ ਵੀ ਜੁੜ ਹੀ ਸਕਦੇ ਹੋ ਨਾ। ਜਦੋਂ ਇੱਕ ਜੁੜ ਸਕਦਾ ਹੈ ਸਾਰੇ ਹੀ ਜੁੜ ਸਕਦੇ ਆ। ਤੇ ਕਬੀਰ ਜੀ ਆਪਣੇ ਬਾਰੇ ਦੱਸ ਰਹੇ ਹਨ ਵੀ ਅਸੀਂ ਕਿਵੇਂ ਜੁੜੇ ਪਰਮਾਤਮਾ ਨਾਲ, ਸੱਤ ਨਾਲ। ਤੇ ਪਹਿਲੀਆਂ ਪੰਕਤੀਆਂ ਹਨ, ਸੰਤੋ ਮਨ ਪਾਵਨੈ ਸੁਖ ਬਨਿਆ, ਕਿਛ ਜੋਗ ਪ੍ਰਾਪਤ ਗਨਿਆ। ਆਪਣੇ ਨਾਲ ਦੇ ਸਤਸੰਗੀਆਂ ਨੂੰ ਕਹਿੰਦੇ ਹਨ, ਜਿਹੜੇ ਸੱਤ ਵੱਲ ਨੂੰ ਜਾ ਰਹੇ ਸਨ, ਜਿਹੜੇ ਜਾਂਦੇ ਹਨ ਸੱਤ ਵੱਲ ਨੂੰ ਅਜੇ ਪਹੁੰਚੇ ਨਹੀਂ ਹਨ, ਉਹਨਾਂ ਨੂੰ ਵੀ ਸੰਤ ਕਹਿੰਦੇ ਹਨ। ਜਿਵੇਂ ਵਿਦਿਆਰਥੀ ਹੈ, ਪਹਿਲੀਆਂ ਕਲਾਸਾਂ ਵਾਲਿਆਂ ਨੂੰ ਵੀ ਕਹਿ ਦਿੰਦੇ ਹਨ ਆਖਰੀ ਕਲਾਸ ਵਾਲੇ ਨੂੰ। ਇੱਦਾਂ ਹੀ ਸ਼ਬਦ ਹਨ ਸੰਤ, ਸਾਧੂ, ਗੁਰਮੁਖ। ਜਿਹੜੇ ਸ਼ੁਰੂ ਕਰਦੇ ਹਨ ਯਾਤਰਾ ਉਹਨਾਂ ਨੂੰ ਵੀ ਕਿਹਾ ਜਾਂਦਾ ਹੈ। ਤੇ ਨਾਲ ਦੇ ਜਿਹੜੇ ਸਤਸੰਗੀ ਸਨ, ਯਾਤਰਾ ਦੇ ਵਿੱਚ ਚੱਲ ਰਹੇ ਸਨ ਉਹਨਾਂ ਦੇ ਨਾਲ, ਉਹਨਾਂ ਨੂੰ ਕਹਿੰਦੇ ਹਨ ਸੰਤੋ ਮਨ ਪਵਨੇ ਸੁਖ ਬਣਿਆ। ਜਿਹੜਾ ਪਵਨ ਵਰਗਾ ਮਨ ਸੀ ਨਾ, ਹਵਾ ਵਰਗਾ, ਬਹੁਤ ਹੀ ਚੰਚਲ, ਰੁਕਦਾ ਨਹੀਂ ਸੀ, ਟਿਕਦਾ ਨਹੀਂ ਸੀ, ਚੱਲ ਹੀ ਰਿਹਾ ਸੀ ਜਿਵੇਂ ਹਵਾ ਚੱਲਦੀ ਰਹਿੰਦੀ। ਇਹਦੇ ਵਿੱਚ ਸੁੱਖ ਬਣ ਗਿਆ। ਸੁੱਖ ਬਣਿਆ ਕਿਵੇਂ? ਕਿਛ ਯੋਗ ਪ੍ਰਾਪਤ ਗਨਿਆ। ਜਦੋਂ ਕਹਿੰਦੇ ਥੋੜ੍ਹਾ ਜਿਹਾ ਯੋਗ ਹੋ ਗਿਆ, ਅੰਦਰ ਯੋਗ ਹੋ ਗਿਆ ਪ੍ਰਾਪਤ, ਤੇ ਸੁੱਖ ਬਣਿਆ। ਭਾਵ ਕਿ ਹੁਣ ਬਾਹਰ ਭੱਜਦਾ ਘੱਟ ਹੈ। ਪਹਿਲਾਂ ਤੇ ਪਵਨ ਵਰਗਾ ਸੀ, ਹਵਾ ਦੀ ਤਰ੍ਹਾਂ ਸੀ, ਹੁਣ ਥੋੜ੍ਹਾ ਜਿਹਾ ਜੁੜ ਗਿਆ ਹੈ ਤੇ ਸੁੱਖ ਮਿਲ ਗਿਆ ਹੈ। ਜਦੋਂ ਜੁੜ ਜਾਂਦਾ ਹੈ ਨਾ ਅੰਦਰ, ਸ਼ੁਰੂਆਤ ਦੇ ਵਿੱਚ ਹੀ ਸੁੱਖ ਮਿਲਣਾ ਸ਼ੁਰੂ ਹੋ ਜਾਂਦਾ ਹੈ ਅੰਦਰ, ਤਦੇ ਇਹ ਧਿਆਨੀ ਜੁੜਿਆ ਰਹਿੰਦਾ ਹੈ ਨਾ। ਅਗਰ ਸੁੱਖ ਨਾ ਮਿਲੇ ਫਿਰ ਜੁੜ ਨਹੀਂ ਸਕਦਾ ਹੈ। ਜੁੜ ਕੇ ਹੀ ਸੁੱਖ ਮਿਲਦਾ ਹੈ ਅੰਦਰ। ਜਿਵੇਂ ਸੰਸਾਰ ਦੇ ਵਿੱਚ ਕਿਸੇ ਵਾਸ਼ਨਾ ਦੇ ਨਾਲ ਤੁਸੀਂ ਜੁੜੋਗੇ ਤਾਂ ਸੁੱਖ ਮਿਲੇਗਾ ਨਾ। ਸਵਾਦ ਦੇ ਨਾਲ ਜੁੜੋਗੇ। ਅਗਰ ਤੁਸੀਂ ਕੋਈ ਖਾਣਾ ਖਾ ਰਹੇ ਹੋ, ਉਹਦੇ ਵਿੱਚ ਧਿਆਨ ਨਹੀਂ ਹੈ, ਤੁਹਾਨੂੰ ਸਵਾਦ ਦਾ ਨਹੀਂ ਪਤਾ ਲੱਗੇਗਾ। ਸਵਾਦ ਨਾਲ ਜੁੜੋਗੇ ਤਾਂ ਹੀ ਪਤਾ ਲੱਗੇਗਾ। ਇੱਦਾਂ ਹੀ ਅੰਦਰ ਜੋ ਰਸ ਹੈ ਉਹਦੇ ਨਾਲ ਕੋਈ ਜੁੜਦਾ ਹੈ, ਤੇ ਜੁੜਨ ਦੇ ਨਾਲ ਹੀ ਥੋੜ੍ਹਾ ਥੋੜ੍ਹਾ ਹੀ ਜੁੜਦਾ ਹੈ, ਭਾਵੇਂ ਥੋੜ੍ਹਾ ਥੋੜ੍ਹਾ ਹੀ ਸੁੱਖ ਮਿਲੀ ਜਾਂਦਾ, ਰਸ ਚੜ੍ਹਦਾ ਹੈ। ਚਿਮ ਚਿਮ ਬਰਸੇ ਅੰਮ੍ਰਿਤ ਧਾਰ, ਮਨ ਪੀਵੇ ਸੁਣ ਸ਼ਬਦ ਵਿਚਾਰ। ਬਰਸੀ ਰਹੀ ਹੈ ਨਾ, ਅਗਰ ਤੁਸੀਂ ਪੀਣਾ ਚਾਹੋ ਤਾਂ ਪੀ ਸਕਦੇ ਹੋ। ਫਿਰ ਕਬੀਰ ਜੀ ਕਹਿੰਦੇ ਹਨ ਵੀ ਇਹ ਯੋਗ ਹੋਇਆ ਕਿਵੇਂ? ਕਿਵੇਂ ਹੋਇਆ? ਗੁਰ ਦਿਖਲਾਈ ਮੋਰੀ, ਜਿਤ ਮਿਰਗ ਪਰਤ ਹੈ ਚੋਰੀ। ਕਹਿੰਦੇ ਹਨ ਵੀ ਮੇਰੇ ਗੁਰੂ ਨੇ
ਉਹ ਮੇਰੀ ਕਮਜ਼ੋਰੀ ਦਿਖਾ ਦਿੱਤੀ, ਜਿਹੜੀ ਕਮਜ਼ੋਰੀ ਦਾ ਕਰਕੇ ਮੇਰਾ ਧਿਆਨ ਬਾਹਰ ਭਟਕਦਾ ਸੀ, ਪਵਨ ਵਰਗਾ ਸੀ ਮਨ। ਇਹਨਾਂ ਨੇ ਇੱਕ ਥੋੜ੍ਹਾ ਜਿਹਾ ਪ੍ਰਮਾਣ ਦੇ ਕੇ ਕਿਹਾ ਹੋਇਆ ਹੈ। ਇਹੋ ਹੀ ਮੈਂ ਅਕਸਰ ਕਹਿੰਦਾ ਹੁੰਦਾ ਹਾਂ ਵੀ ਅਧਿਆਤਮ ਪੁਰਸ਼ ਬਾਹਰੋਂ ਕਿਸੇ ਨਾ ਕਿਸੇ ਚੀਜ਼ ਦਾ ਪ੍ਰਮਾਣ ਦੇ ਕੇ ਸਮਝਾ ਦਿੰਦੇ ਹਨ। ਮਿਰਗ ਪੜਤ ਹੈ ਚੋਰੀ, ਜਿਵੇਂ ਕਿਸੇ ਨੇ ਖੇਤ ਨੂੰ ਬਾੜ ਕੀਤੀ ਹੋਵੇ ਤੇ ਕਿਤੇ ਨਾ ਕਿਤੇ ਕਮਜ਼ੋਰੀ ਰਹਿ ਜਾਵੇ ਬਾੜ ਦੇ ਵਿੱਚ, ਕਰਨ ਦੇ ਵਿੱਚ, ਤੇ ਜੋ ਬਾਹਰ ਜਾਨਵਰ ਹਨ, ਮਿਰਗ ਹਨ, ਹਰਨ ਹਨ, ਇਸ ਇਲਾਕੇ ਦੇ ਵਿੱਚ ਇਹਨਾਂ ਜਾਨਵਰਾਂ ਨੂੰ ਬਾਰਾਸਿੰਗਾ ਜਾਂ ਸ਼ਾਂਭਰ ਕਹਿੰਦੇ ਹਨ, ਤੇ ਖੇਤਾਂ ਦੇ ਵਿੱਚ ਵੜ ਜਾਂਦੇ ਹਨ ਤੇ ਖੇਤ ਨੂੰ ਖਾ ਲੈਂਦੇ ਹਨ, ਹਰੇ ਨੂੰ ਚਰ ਲੈਂਦੇ ਹਨ, ਕੁਛ ਹੋਣ ਨਹੀਂ ਦਿੰਦੇ ਅਗਰ ਬਾੜ ਨਾ ਹੋਵੇ ਤਾਂ, ਕਿਉਂਕਿ ਜੰਗਲੀ ਜਾਨਵਰ ਜ਼ਿਆਦਾ ਹਨ ਨਾ। ਤੇ ਬਾੜ ਮਜ਼ਬੂਤ ਕਰਦੇ ਹਨ। ਅਜੋਕੇ ਸਮੇਂ 'ਚ ਤੇ ਇਸ ਇਲਾਕੇ ਦੇ ਵਿੱਚ ਲੋਹੇ ਦੀ ਬਾੜ ਕੀਤੀ ਜਾਂਦੀ, ਲੋਹੇ ਦੇ ਤਾਰਾਂ ਦੇ ਜਾਲ ਬਣੇ ਹੋਏ ਹਨ, ਜ਼ਿਆਦਾਤਰ ਉਹ ਲੋਕ ਲਾਉਂਦੇ ਹਨ। ਫਿਰ ਵੀ ਕਿਤੇ ਨਾ ਕਿਤੇ ਰਸਤਾ ਰਹਿ ਜਾਂਦਾ ਹੈ ਜਾਂ ਥੱਲੇ ਨੂੰ ਕੋਈ ਜਾਨਵਰ ਵੜ ਜਾਂਦਾ। ਇਵੇਂ ਹੀ ਕਹਿੰਦੇ ਹਨ ਵੀ ਤੁਹਾਡੇ ਅੰਦਰ ਜੋ ਥੋੜ੍ਹੇ ਬਹੁਤੇ ਤੁਸੀਂ ਜੁੜਦੇ ਹੋ, ਯੋਗ ਹੁੰਦਾ ਹੈ, ਥੋੜ੍ਹਾ ਬਹੁਤਾ ਧਿਆਨ ਟਿਕਦਾ ਹੈ, ਉਹ ਵੀ ਜਿਹੜੇ ਮਿਰਗ ਹਨ, ਇਹ ਵਾਸ਼ਨਾ ਦੇ ਹੀ ਮਿਰਗ ਹਨ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹੋ ਹੀ ਚੋਰ ਹਨ, ਪੰਚ ਬਟਵਾਰੇ, ਤੇ ਲੁੱਟ ਲੈਂਦੇ ਹਨ ਉਸ ਧਿਆਨ ਨੂੰ, ਉਸ ਖੇਤੀ ਨੂੰ। ਧਿਆਨ ਦੀ ਖੇਤੀ ਕਰਨੀ ਹੈ ਨਾ ਅਭਿਆਸੀ ਨੇ। ਤੁਸੀਂ ਥੋੜ੍ਹਾ ਜਿਹਾ ਧਿਆਨ ਕੀਤਾ, ਸਾਧਨਾ ਕੀਤੀ, ਸਤਸੰਗ ਕੀਤਾ, ਥੋੜ੍ਹਾ ਜਿਹਾ ਟਿਕ ਗਿਆ ਮਨ, ਥੋੜ੍ਹਾ ਅਕਸਰ ਟਿਕ ਜਾਂਦਾ ਕਈਆਂ ਦਾ, ਤਾਂ ਮਨ ਫਿਰ ਭਟਕ ਜਾਂਦਾ ਹੈ। ਬਹੁਤ ਸਾਰੇ ਪ੍ਰੇਮੀ ਕਹਿੰਦੇ ਵੀ ਹਨ, ਸਾਧਕ ਕਹਿੰਦੇ ਹਨ ਵੀ ਪਹਿਲਾਂ ਬੜਾ ਮਨ ਸ਼ਾਂਤ ਹੋ ਗਿਆ ਸੀ, ਹੁਣ ਇੱਕਦਮ ਭਟਕ ਗਿਆ, ਅਸ਼ਾਂਤ ਹੋ ਗਿਆ, ਫਿਰ ਸੰਸਾਰ 'ਚ ਉਲਝ ਗਿਆ। ਪਰ ਉਲਝਿਆ ਕਿਵੇਂ? ਉਲਝਦਾ ਕਿਵੇਂ ਹੈ? ਕਿਉਂ ਉਲਝਦਾ ਹੈ? ਕਿਉਂ ਭਟਕਦਾ ਹੈ? ਕਿਉਂ ਇਹ ਚੋਰ ਤੁਹਾਡੇ ਅੰਦਰ ਵੜ ਜਾਂਦੇ ਹਨ? ਇਹ ਹਰਨ ਅੰਦਰ ਵੜ ਕੇ ਫਸਲ ਖਾ ਜਾਂਦੇ, ਕਿਵੇਂ ਵੜਦੇ ਆ? ਇਹ ਸਾਧਕ ਨੂੰ ਨਹੀਂ ਪਤਾ ਲੱਗਦਾ। ਪਹਿਲੇ ਇਹ ਗੁਰ ਦਿਖਲਾਈ ਮੋਰੀ, ਉਹ ਜਿਹੜੀ ਮੋਰੀ ਹੈ ਨਾ, ਰਸਤਾ ਛੋਟਾ ਜਿਹਾ ਜਿਹੜਾ ਤੁਹਾਨੂੰ ਨਹੀਂ ਦਿਖਦਾ ਹੈ, ਉਹਨੂੰ ਦਿਖਦਾ ਹੈ, ਕਿਉਂਕਿ ਉਹ ਸਾਰੀਆਂ ਮੋਰੀਆਂ ਦੇ ਅੰਦਰ ਬੈਠਾ ਹੋਇਆ ਹੈ। ਤੇ ਅੰਦਰੋਂ ਬਾਹਰ ਨੂੰ ਜਦੋਂ ਦੇਖਦਾ ਹੈ ਨਾ, ਤੇ ਸਾਰਿਆਂ ਦੀਆਂ ਮੋਰੀਆਂ ਦਿਖਦੀਆਂ ਹਨ। ਇੱਕ ਮੋਰੀ ਥੋੜ੍ਹੀ ਹੈ, ਹਜ਼ਾਰਾਂ ਹੀ ਮੋਰੀਆਂ ਹਨ। ਕਿੱਧਰ ਕਿੱਧਰ ਦੀ ਸੁਰਤ ਤੁਹਾਡੀ ਬਾਹਰ ਜਾਂਦੀ ਹੈ, ਇੱਕ ਪਾਸੇ ਦੀ ਥੋੜ੍ਹੀ ਜਾ ਰਹੀ। ਤੇ ਤੁਹਾਨੂੰ ਤਾਂ ਪਤਾ ਹੀ ਨਹੀਂ ਲੱਗ ਰਿਹਾ ਹੈ ਵੀ ਸੁਰਤ ਕਿਵੇਂ ਬਾਹਰ ਜਾ ਰਹੀ ਹੈ। ਵਾਰ-ਵਾਰ ਦੱਸਿਆ ਵੀ ਜਾਂਦਾ ਹੈ, ਤਾਂ ਵੀ ਵੇਖ ਲਓ ਜਾ ਰਹੀ ਜਾਂਦੀ ਹੈ ਨਾ, ਫਿਰ ਵੀ ਮਨ ਬਾਹਰ ਭਟਕ ਰਿਹਾ। ਤੁਹਾਨੂੰ ਖਿਆਲ ਵਿੱਚ ਵੀ ਆਉਂਦਾ ਹੈ ਫਲਾਨੀ ਮੋਰੀ ਹੈ, ਵੀ ਇਸ ਕਾਰਨ ਬਾਹਰ ਧਿਆਨ ਭਟਕ ਰਿਹਾ ਹੈ, ਆਪਣਿਆਂ ਕਾਰਨ ਭਟਕ ਰਿਹਾ ਹੈ। ਕਿਤੇ ਮੋਹ ਹੈ, ਕਿਤੇ ਲਗਾਵ ਹੈ, ਕੋਈ ਵਾਸ਼ਨਾ ਹੈ, ਕੋਈ ਚਾਹਤ ਹੈ, ਕੋਈ ਕਾਰਨ ਭਟਕ ਰਿਹਾ ਹੈ ਬਾਹਰ। ਭਟਕ ਹੀ ਰਿਹਾ ਹੈ ਨਾ। ਤੇ ਮੋਰੀ ਦਿਖਾਲਦਾ ਹੈ ਨਾ ਗੁਰੂ, ਕਹਿੰਦਾ ਹੈ ਮੋਰੀ ਬੰਦ ਕਰ ਦਿਓ, ਇਹ ਦਰਵਾਜ਼ਾ ਬੰਦ ਕਰ, ਇਹ ਬਾੜ ਇੱਥੋਂ ਕਮਜ਼ੋਰ ਹੈ, ਇੱਥੇ ਪੱਕੀ ਕਰ ਦਿਓ, ਚੰਗੀ ਤਰ੍ਹਾਂ ਬਾੜ ਕਰ ਦਿਓ, ਜਾਨਵਰ ਵੜੂਗਾ ਹੀ ਨਾ। ਜਦੋਂ ਵੜੂਗਾ ਹੀ ਨਹੀਂ, ਤੁਹਾਡਾ ਨੁਕਸਾਨ ਨਹੀਂ ਹੋਊ। ਚਾਰ ਚੁਫੇਰੂ ਪੱਕੀ ਕਰੋ, ਮੂੰਦ ਲਈਏ ਦਰਵਾਜ਼ੇ, ਸਾਰੇ ਦਰਵਾਜ਼ੇ ਬੰਦ ਕਰੋ,
ਇਹ 9 ਦਰਵਾਜ਼ੇ ਹਨ ਤੁਹਾਡੇ ਖੇਤ ਦੇ, ਤੇ 9 ਦਰਵਾਜ਼ੇ ਨੂੰ ਬੰਦ ਕਰੋ। ਧਿਆਨ ਕਿਵੇਂ ਭਟਕਦਾ ਹੈ? ਇਹਨਾਂ ਥਾਣੀ ਭਟਕਦਾ ਹੈ। ਅੱਖਾਂ ਬਾਹਰ ਦੇਖਦੀਆਂ ਹਨ ਰੂਪ, ਤੇ ਬਾਹਰ ਬਾਰੇ ਸੋਚਣਾ ਸ਼ੁਰੂ ਕਰ ਦਿੰਦੀਆਂ। ਕੰਨ ਸੁਣਦੇ ਹਨ ਬਾਹਰ ਦਾ ਕੁਛ, ਤੇ ਬਾਹਰ ਦੇ ਖਿਆਲਾਤ। ਇੱਦਾਂ ਹੀ ਜ਼ਬਾਨ ਹੈ, ਇੱਦਾਂ ਹੀ ਮਨ ਹੈ, ਬਾਹਰ ਬਾਰੇ ਸੋਚਦਾ ਹੈ ਤੇ ਧਿਆਨ ਬਾਹਰ ਜਾਂਦਾ, ਬਾਹਰ ਭਟਕਦਾ ਹੈ। ਤੇ ਇਹੋ ਹੀ ਦਰਵਾਜ਼ੇ ਬੰਦ ਕਰਨੇ ਹਨ। ਇਹੋ ਹੀ ਕਿਹਾ ਹੈ 9 ਦਰਵਾਜ਼ੇ ਠਾਕਰਾ, 10ਵੇਂ ਨਿਜ ਘਰ ਵਾਸਾ ਪਾਏਂਦਾ। ਕਹਿੰਦਾ ਜਿਹੜੇ 9 ਦਰਵਾਜ਼ਿਆਂ ਨੂੰ ਬੰਦ ਕਰਕੇ ਰੱਖਦਾ ਹੈ, ਫਿਰ ਕੀ ਹੁੰਦਾ ਹੈ? ਬਾਜੀ ਲੈ ਅਨਹਦ ਬਾਜੀ, ਮੂੰਦ ਲਈਏ ਦਰਵਾਜ਼ੇ। ਪਰ ਇਹ ਗੱਲ ਖਿਆਲ ਵਿੱਚ ਰੱਖਣ ਯੋਗ ਹੈ ਪਹਿਲਾਂ ਜ਼ਰੂਰੀ, ਵੀ ਸੁਰਤ ਬਾਹਰ ਕਿਵੇਂ ਭਟਕਦੀ ਹੈ। ਇਹੋ ਹੀ ਜੋ ਤੁਸੀਂ ਰੋਜ਼ ਸੁਣਦੇ ਹੋ ਨਾ, ਵਾਸਤਵਿਕ ਦੇ ਵਿੱਚ ਜੋ ਕਿਹਾ ਜਾ ਰਿਹਾ ਹੈ ਉਹਦਾ ਸਾਰ ਹੈ। ਖਿਆਲ ਵਿੱਚ ਰੱਖੋ। ਮੈਂ ਅਕਸਰ ਕਹਿੰਦਾ ਸੰਸਾਰ ਵੱਲੋਂ ਧਿਆਨ ਹਟਾਓ, ਧਿਆਨ ਹਟਾਓ, ਆਪਣੇ ਵੱਲੋਂ ਧਿਆਨ ਹਟਾਓ। ਇਹ ਕੀ ਹੈ? ਸੁਰਤ ਤੁਹਾਡੀ ਕਿਵੇਂ ਭਟਕ ਰਹੀ ਹੈ? ਮੋਹ ਕਰਕੇ ਆਪਣਿਆਂ ਦਾ ਖਿਆਲ ਰੱਖਣਾ ਹੈ, ਧਿਆਨ ਰੱਖਣਾ ਹੈ, ਤਾਂ ਹੀ ਭਟਕ ਰਹੀ ਹੈ। ਇਹ ਮੋਰੀ ਕੋਈ ਚਾਹਤ ਹੈ, ਖਿਆਲ ਹੈ, ਪੂਰਾ ਕਰਨਾ ਹੈ, ਕੰਮ ਕਰਨਾ ਹੈ, ਧੰਦਾ ਕਰਨਾ ਹੈ। ਸੰਸਾਰ ਵੱਲ ਹੀ ਜਾ ਰਿਹਾ ਹੈ ਨਾ, ਖਿਆਲਾਤ ਸੰਸਾਰ ਦੇ ਹੀ। ਭਾਵੇਂ ਆਦਮੀ ਧਾਰਮਿਕ ਵੀ ਹੋ ਜਾਵੇ, ਖਿਆਲ ਵਿੱਚ ਰੱਖਿਓ ਬਹੁਤ ਸਾਰੇ ਲੋਕ ਧਾਰਮਿਕ ਹਨ, ਤੇ ਬਾਹਰੋਂ ਤੇ ਧਾਰਮਿਕ ਹਨ, ਪਰ ਅੰਦਰ ਖਿਆਲਾਤ ਉਹਨਾਂ ਦੇ ਵੀ ਸੰਸਾਰੀ ਹਨ। ਉਹ ਅਗਰ ਧਰਮ ਦਾ ਪ੍ਰਚਾਰ ਵੀ ਕਰ ਰਹੇ ਹਨ, ਇਸ ਕਰਕੇ ਵੀ ਸੰਸਾਰ ਦੇ ਵਿੱਚ ਕਾਮਯਾਬ ਹੋਈ, ਸਭ ਤੋਂ ਵੱਡੇ ਧਾਰਮਿਕ ਬਣੇ ਰਹੀਏ, ਨਾਲੇ ਧਨ ਦੌਲਤ ਮਿਲ ਜੇ, ਨਾਲੇ ਸਤਿਕਾਰ ਮਿਲ। ਤੇ ਬਾਹਰੋਂ ਤੇ ਧਾਰਮਿਕ ਪੂਰੇ ਹੁੰਦੇ ਹਨ, ਬਾਹਰੋਂ ਨਿਯਮ ਪੂਰੇ ਕਰ ਲੈਂਦੇ ਹਨ, ਪਰ ਅੰਦਰ ਮਨ ਜਿਹੜਾ ਹੈ ਉਹ ਪਵਨ ਦੀ ਤਰ੍ਹਾਂ ਚੱਲਦਾ ਹੈ ਬਾਹਰ ਸੰਸਾਰ ਦੇ ਵਿੱਚ। ਜਿਵੇਂ ਇੱਥੇ ਇੱਕ ਬੌਧ ਭਿਕਸ਼ੂ ਆਇਆ ਹੋਇਆ ਹੈ ਰਹਿਣ ਵਾਸਤੇ, ਤੇ ਇਹਨਾਂ ਦੀ ਸਾਧਨਾ ਤੁਹਾਡੇ ਨਾਲੋਂ ਜ਼ਿਆਦਾ ਕਠਿਨ ਹੈ, ਨਿਯਮ ਵੀ ਕਠਿਨ ਹਨ, ਮਰਿਆਦਾ ਕਹਿ ਲਈ ਉਹ ਵੀ ਕਠਿਨ ਹੈ, ਜਾਨੀਆਂ ਦੀ ਹੋਰ ਜ਼ਿਆਦਾ ਕਠਿਨ ਹੈ। ਤੇ ਪੂਰੀ ਮਰਿਆਦਾ ਰੱਖਦੇ ਹਨ ਆਪਣੀ, ਜੋ ਵੀ ਧਾਰਮਿਕ ਨਿਯਮ ਦੱਸੇ ਜਾਂਦੇ ਹਨ, ਇਹਨਾਂ ਨੂੰ ਅਸ਼ਠਾਨ ਕਰਨ ਵਾਸਤੇ ਕਿਹਾ ਜਾਂਦਾ ਹੈ। ਤੇ 3 ਮਹੀਨੇ ਤੁਸੀਂ ਇੱਕ ਜਗ੍ਹਾ ਰਹਿਣਾ ਹੈ, ਉੱਥੇ ਸਾਧਨਾ ਕਰਨੀ, ਬੋਲਣਾ ਨਹੀਂ, ਇੱਕ ਟਾਈਮ ਭੋਜਨ ਕਰਨਾ, ਕੋਈ ਫਾਲਤੂ ਚੀਜ਼ ਨਹੀਂ ਰੱਖਣੀ ਕੋਲ, ਇੱਕੋ ਹੀ ਚਾਦਰ ਰੱਖਣੀ, ਇੱਕ ਕਮੰਡਲ ਰੱਖਣਾ, ਪਾਤਰ, ਤੇ ਪੂਰੇ ਨਿਯਮ ਕਰਦੇ ਹਨ ਆਪਾਂ। ਜਿਵੇਂ ਸਿੱਖਾਂ ਨੂੰ ਕਿਹਾ ਜਾਂਦਾ ਹੈ ਪੂਰੇ ਕਕਾਰ ਰੱਖੋ, ਨਿਤਨੇਮ ਕਰੋ। ਹੁਣ ਉਹ ਪੂਰਾ ਇਹ ਨਿਤਨੇਮ ਕਰਦੇ, ਪੂਰੇ ਕਕਾਰ ਰੱਖਦੇ, ਧਾਰਮਿਕ ਕਰਮ ਸਾਰੇ ਹੀ ਕਰਦੇ ਹਨ ਧਾਰਮਿਕ ਢੰਗ ਨਾਲ। ਤੇ ਜ਼ਰੂਰੀ ਨਹੀਂ ਹੈ ਉਹ ਅੰਦਰੋਂ ਸ਼ਾਂਤ ਹੋਣ, ਮਨ ਚੱਲ ਰਿਹਾ ਹੈ, ਧਾਰਮਿਕ ਢੰਗ ਨਾਲ ਚੱਲਣਾ ਸ਼ੁਰੂ ਹੋ ਜਾਂਦਾ। ਤੇ ਇਹ
ਜੋ ਬੋਧ ਭਿਕਸ਼ੂ ਆਇਆ ਹੈ ਇੱਥੇ ਰਹਿਣ ਵਾਸਤੇ, ਤੇ ਮੈਂ ਇਹਨੂੰ ਕਿਹਾ ਵੀ ਤੂੰ ਬਹੁਤ ਸਮਾਂ ਹੋ ਗਿਆ ਹੈ ਅਨੁਸ਼ਠਾਨ ਕਰਦਿਆਂ ਨੂੰ, ਵੀ ਕੁਛ ਸਮਾਂ ਛੱਡ ਕੇ ਦੇਖ। ਇੱਥੇ ਮੈਂ ਛੱਡਣ ਦੀ ਪ੍ਰਕਿਰਿਆ ਦੱਸਦਾ, ਤੂੰ ਛੱਡ ਕੇ ਦੇਖ, ਹੋ ਸਕਦਾ ਤੇਰਾ ਮਨ ਸ਼ਾਂਤ ਹੋ ਜੇ। ਤੂੰ ਕਹਿੰਦਾ ਅਜੇ ਤੱਕ ਤੇ ਹੋਇਆ ਨਹੀਂ, ਕੋਸ਼ਿਸ਼ ਕਰ ਰਿਹਾ ਹਾਂ, ਥੋੜ੍ਹਾ ਥੋੜ੍ਹਾ ਹੁੰਦਾ ਹੈ। ਇਕਾਂਤ 'ਚ ਵੇਖ ਲਓ ਰਹਿੰਦੇ ਹਨ ਸਦਾ ਹੀ, ਇੱਕ ਟਾਈਮ ਭੋਜਨ ਕਰਦੇ ਹਨ, ਕੋਈ ਵੀ ਫਾਲਤੂ ਚੀਜ਼ ਨਾਲ ਨਹੀਂ, ਇੱਕ ਚਾਦਰ ਹੈ, ਕੋਈ ਮੋਹ ਨਹੀਂ ਹੈ, ਕੋਈ ਵਾਸ਼ਨਾ ਨਹੀਂ। ਤੁਸੀਂ ਕਹੋਗੇ ਮਨ ਸ਼ਾਂਤ ਹੋਵੇਗਾ, ਵੀ ਕੁਛ ਵੀ ਨਹੀਂ ਹੈ ਸਾਧੂ ਕੋ, ਟੈਨਸ਼ਨ ਕੋਈ ਨਹੀਂ ਹੈ, ਫਿਰ ਵੀ ਚੱਲ ਰਿਹਾ ਹੈ, ਅਜੇ ਪੂਰਾ ਸ਼ਾਂਤ ਨਹੀਂ ਹੋਇਆ। ਤੇ ਮੈਂ ਕਿਹਾ ਇਹ ਧਾਰਮਿਕ ਢੰਗ ਨਾਲ ਚੱਲ ਰਿਹਾ ਹੈ। ਵੀ ਜੋ ਵੀ ਕਰਦਾ ਹੈ ਤੂੰ, ਇਹ ਨਿਯਮ ਪੂਰੇ ਧਾਰਮਿਕ, ਉਹਦੇ ਨਾਲ ਸਤਿਕਾਰ ਮਿਲਦਾ ਹੈ। ਤੇ ਆਦਮੀ ਧਾਰਮਿਕ ਆਦਮੀ ਇਹ ਵੀ ਸੋਚਦਾ ਹੈ ਵੀ ਮੈਂ ਨਿਯਮ ਪੂਰੇ ਕਰ ਰਿਹਾ ਹਾਂ, ਇੰਨੇ ਪਾਠ ਕਰ ਲਏ, ਇੰਨੇ ਪੂਜਾ ਕਰ ਲਏ, ਇੰਨਾ ਨਿਤਨੇਮ ਕਰ ਲਿਆ। ਕਈ ਸੋਚਦੇ ਹਨ ਇੰਨੇ ਮੰਤਰਾਂ ਦੇ ਜਾਪ ਕਰ ਲਏ, ਇਹ ਕਹਿੰਦੇ ਹਨ ਇੰਨੇ ਅਨੁਸ਼ਠਾਨ ਕਰ ਲਏ, ਇੰਨੇ ਵਰਤ ਰੱਖ ਲਏ, ਤੇ ਬੈਂਕ ਬੈਲੈਂਸ ਬਣ ਗਿਆ, ਤੇ ਇਹਨੂੰ ਹੀ ਧਰਮ ਸਮਝਦੇ ਹਨ। ਤੇ ਵੱਧ ਤੋਂ ਵੱਧ ਕਰਨੇ, ਤੇ ਵੱਧ ਤੋਂ ਵੱਧ ਬੈਂਕ ਬੈਲੈਂਸ ਬਣਾਉਣਾ ਨਹੀਂ, ਧਿਆਨ ਟਿਕਾਉਣਾ ਹੈ। ਇਹੋ ਹੀ ਤੇ ਕਰ ਰਹੇ ਹਨ ਧਾਰਮਿਕ ਲੋਕ। ਸੋਚਦੇ ਹਨ ਵੀ ਸ਼ਾਇਦ ਪੁੰਨਦਾਨ ਕਰਕੇ, ਇੱਦਾਂ ਦਾ ਕਰਮ ਕਾਂਡ ਕਰਕੇ ਅਸੀਂ ਇਕੱਠਾ ਕਰ ਲਾਂਗੇ। ਨਹੀਂ, ਇਹ ਕਰਮ ਧਰਮ ਪਾਖੰਡ ਜੋ ਦਿਸੇ ਤਿਨ ਜਮਜਾ ਗਾਤੀ ਲੂਟ, ਇਹ ਸਭ ਪਾਖੰਡ ਹਨ, ਇਹ ਇੱਥੇ ਹੀ ਲੁੱਟੇ ਜਾਂਦੇ ਹਨ।